अकाली दल बीजेपी ਨੂੰ ਲੈ ਕੇ ਕਾਂਗਰਸ ਦਾ ਵੱਡਾ ਦਾਅਵਾ। ਰਾਜਾ ਵੜਿੰਗ ਬੋਲੇ ਪੰਜਾਬ 'ਚ ਦੋਹਾਂ ਦਲਾਂ ਦਾ ਗੱਠਜੋੜ ਫਿਰ ਤੋਂ ਤੈਅ। ਸਿਰਫ ਕਿਸਾਨ ਅੰਦੋਲਨ ਵੇਲੇ ਵੱਖ ਹੋਣ ਦਾ ਕੀਤਾ ਸੀ ਡਰਾਮਾ। ਸਾਬਕਾ ਸੀਐਮ ਚਰਨਜੀਤ ਚੰਨੀ ਦੀ ਅੱਜ ਫਿਰ ਵਿਜੀਲੈਂਸ ਅੱਗੇ ਪੇਸ਼ੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਪੁੱਛਗਿੱਛ ਲਈ ਸੱਦਿਆ। ਪਹਿਲਾਂ ਵੀ 2 ਵਾਰ ਹੋ ਚੁੱਕੇ ਨੇ ਸਵਾਲ ਜਵਾਬ। ਪੰਜਾਬ ਦੇ ਵਿੱਚ ਇੱਕ ਹੋਰ ਟੋਲ ਪਲਾਜ਼ਾ ਹੋਣ ਜਾ ਰਿਹਾ ਬੰਦ। ਥੋੜੀ ਹੀ ਦੇਰ ਦੇ ਵਿੱਚ ਸੀਐਮ ਭਗਵੰਤ ਮਾਨ ਪਹੁੰਚਣਗੇ ਮੋਗਾ ਦੇ ਸਿੰਘਾਂ ਵਾਲਾ ਟੋਲ ਪਲਾਜ਼ਾ। ਸੀਐਮ ਬੋਲੇ ਲੋਕਾਂ ਦਾ ਰੋਜ਼ਾਨਾ ਬਚੇਗਾ 4.5 ਲੱਖ। ਪੰਜਾਬ ਬੀਜੇਪੀ ਦਾ ਪ੍ਰਧਾਨ ਬਣਨ ਤੋਂ ਬਾਅਦ ਨਿਊਜ਼ 18 ਤੇ ਬੋਲੇ ਸੁਨੀਲ ਜਾਖੜ। ਕਿਹਾ ਹੈ ਵੱਡੀ ਜ਼ਿੰਮੇਵਾਰੀ ਸਾਡਾ ਸਾਰਿਆਂ ਦਾ ਟੈਸਟ। ਪੰਜਾਬ ਦੇ ਲੋਕਾਂ 'ਚ ਲਿਜਾਵਾਂਗੇ ਪਾਰਟੀ ਦਾ ਪ੍ਰੋਗਰਾਮ। ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਅਸ਼ਵਨੀ ਸ਼ਰਮਾ ਦਾ ਪਹਿਲਾ ਬਿਆਨ। ਸਾਥ ਦੇਣ ਵਾਲਿਆਂ ਦਾ ਕੀਤਾ ਧੰਨਵਾਦ, ਪਰ ਟਵੀਟ 'ਚ ਜਾਖੜ ਨੂੰ ਨਹੀਂ ਦਿੱਤੀ ਵਧਾਈ। ਜੂਟ ਘੁਟਾਲੇ 'ਚ ਐਸਜੀਪੀਸੀ ਦੀ ਵੱਡੀ ਕਾਰਵਾਈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਦੇ 51 ਮੁਲਾਜ਼ਮ ਕੀਤੇ ਸਸਪੈਂਡ। ਫਲਾਈਂਗ ਵਿਭਾਗ ਦੀ ਜਾਂਚ ਰਿਪੋਰਟ ਤੇ ਲਿਆ ਐਕਸ਼ਨ। ਹਿਊਮਨ ਟ੍ਰੈਫਿਕਿੰਗ ਦੇ ਮਾਮਲਿਆਂ 'ਚ 11 ਮਹਿਲਾਵਾਂ ਸਣੇ 14 ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫਤਾਰ। 7 ਲੋਕਾਂ ਦੇ ਖਿਲਾਫ ਜਾਰੀ ਕੀਤੇ ਗਏ ਨੇ ਲੁੱਕਆਊਟ ਸਰਕੂਲਰ। ਐਸਆਈਟੀ ਨੇ ਹੁਣ ਤੱਕ 22 ਕੇਸ ਕੀਤੇ ਨੇ ਦਰਜ। ਮੱਧ ਪ੍ਰਦੇਸ਼ ਦੇ ਸੀधी 'ਚ ਆदिवासी ਨੌਜਵਾਨ ਤੇ ਪਿਸ਼ਾਬ ਕਰਨ ਵਾਲਾ ਪ੍ਰਵੇਸ਼ ਸ਼ੁਕਲਾ ਗ੍ਰਿਫਤਾਰ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਕਸ਼ਨ। ਸੀਐਮ ਸ਼ਿਵਰਾਜ ਚੌਹਾਨ ਨੇ ਸਖਤ ਕਾਰਵਾਈ ਦੇ ਦਿੱਤੇ ਸਨ ਨਿਰਦੇਸ਼। केदारनाथ 'ਚ ਪ੍ਰਪੋਜ਼ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਖਤੀ। ਮੰਦਿਰ ਕਮੇਟੀ ਨੇ ਪੁਲਿਸ ਨੂੰ ਲਿਖਿਆ ਪੱਤਰ। ਮਰਿਆਦਾ ਭੰਗ ਕਰਨ ਵਾਲਿਆਂ ਤੇ ਸਖਤ ਕਾਰਵਾਈ ਲਈ ਕਿਹਾ। ਮੰਦਿਰ ਕੰਪਲੈਕਸ ਦੇ ਵਿੱਚ ਮਹਿਲਾ ਵਲੌਗਰ ਨੇ ਸਾਥੀ ਨੂੰ ਕੀਤਾ ਸੀ ਪ੍ਰਪੋਜ਼। ਭਾਰਤੀ ਫੁੱਟਬਾਲ ਟੀਮ ਨੇ 9ਵੀਂ ਵਾਰ ਜਿੱਤੀ ਸੈਫ ਚੈਂਪੀਅਨਸ਼ਿਪ। ਪੰਜਾਬ ਦੇ ਗੋਲਜੀ ਗੁਰਪ੍ਰੀਤ ਸੰਧੂ ਨੇ ਰੋਕੀ ਫੈਸਲਾਕੁਨ ਪੈਨਲਟੀ। ਪੀਐਮ ਨਰਿੰਦਰ ਮੋਦੀ ਨੇ ਟੀਮ ਨੂੰ ਦਿੱਤੀ ਵਧਾਈ। ਅਮਰੀਕਾ ਤੋਂ ਭਾਰਤ ਪਰਤੇ ਸ਼ਾਹਰੁਖ ਖਾਨ ਲਾਸ ਐਂਜਲਸ ਦੇ ਵਿੱਚ ਸ਼ੂਟਿੰਗ ਦੌਰਾਨ ਹੋਏ ਨੇ ਜ਼ਖਮੀ। ਅਮਰੀਕਾ 'ਚ ਕਿੰਗ ਖਾਨ ਦੀ ਕੀਤੀ ਗਈ ਮਾਈਨਰ ਸਰਜਰੀ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ। ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਵੱਡੀ ਖਬਰ ਦੇ ਨਾਲ ਕਰਦੇ ਹਾਂ। ਅਕਾਲੀ ਦਲ ਤੇ ਬੀਜੇਪੀ ਦੋਵਾਂ ਨੂੰ ਲੈ ਕੇ ਕਾਂਗਰਸ ਨੇ ਵੱਡਾ ਦਾਅਵਾ ਕੀਤਾ ਹੈ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਕਹਿ ਰਹੇ ਨੇ ਕਿ ਪੰਜਾਬ 'ਚ ਦੋਹਾਂ ਦਲਾਂ ਦਾ ਗੱਠਜੋੜ ਫਿਰ ਤੋਂ ਤੈਅ ਹੈ। ਕਿਹਾ ਕਿ ਇਹ ਸਦਾ ਤੋਂ ਹੀ ਇਕੱਠੇ ਸੀ, ਵੱਖ ਹੋਣ ਦਾ ਸਿਰਫ ਡਰਾਮਾ ਕੀਤਾ ਗਿਆ ਸੀ। ਕਿਸਾਨੀ ਅੰਦੋਲਨ ਵੇਲੇ ਲੋਕਾਂ ਨੂੰ ਦਿਖਾਉਣ ਦੇ ਲਈ ਵੱਖ ਹੋਏ ਸੀ। ਕਿਹਾ ਕਿ ਜਿਨ੍ਹਾਂ ਦੇ ਨਾਲ ਸੁਨੀਲ ਜਾਖੜ ਮੇਣੋ ਮੇਣੀ ਹੁੰਦੇ ਸੀ, ਹੁਣ ਉਹਨਾਂ ਦੇ ਨਾਲ ਭਾਈਵਾਲੀ ਹੋਏਗੀ। ਅਕਾਲੀ ਬੀਜੇਪੀ ਗੱਠਜੋੜ ਨੂੰ ਲੈ ਕੇ ਚਰਚਾਵਾਂ ਤਾਂ ਲਗਾਤਾਰ ਚੱਲਦੀਆਂ ਰਹੀਆਂ ਨੇ, ਲੇਕਿਨ ਹੁਣ ਰਾਜਾ ਵੜਿੰਗ ਕਹਿ ਰਹੇ ਨੇ ਕਿ ਪੰਜਾਬ 'ਚ ਦੋਹਾਂ ਦਲਾਂ ਦਾ ਗੱਠਜੋੜ ਫਿਰ ਤੋਂ ਤੈਅ ਹੈ। ਰਾਜਾ ਵੜਿੰਗ ਇਹ ਦਾਅਵਾ ਕਰ ਰਹੇ ਨੇ ਕਿ ਦੋਵਾਂ ਦਾ ਗੱਠਜੋੜ ਫਿਰ ਤੋਂ ਤੈਅ ਹੈ। ਇਹ ਵੀ ਉਹਨਾਂ ਨੇ ਕਿਹਾ ਕਿ ਇਹ ਸਦਾ ਤੋਂ ਹੀ ਇਕੱਠੇ ਸਨ, ਵੱਖ ਹੋਣ ਦਾ ਸਿਰਫ ਡਰਾਮਾ ਕੀਤਾ ਗਿਆ ਸੀ। ਕਿਸਾਨੀ ਅੰਦੋਲਨ ਵੇਲੇ ਲੋਕਾਂ ਨੂੰ ਦਿਖਾਉਣ ਦੇ ਲਈ ਵੱਖ ਹੋਏ ਸੀ। ਸੁਨੀਲ ਜਾਖੜ ਹੁਣ ਜੋ ਪੰਜਾਬ ਬੀਜੇਪੀ ਦੇ ਪ੍ਰਧਾਨ ਬਣ ਚੁੱਕੇ ਨੇ, ਤਾਂ ਰਾਜਾ ਵੜਿੰਗ ਨੇ ਕਿਹਾ ਕਿ ਜਿਨ੍ਹਾਂ ਨਾਲ ਜਾਖੜ ਮੇਣੋ ਮੇਣੀ ਹੁੰਦੇ ਸੀ, ਹੁਣ ਉਹਨਾਂ ਦੇ ਨਾਲ ਭਾਈਵਾਲੀ ਹੋਏਗੀ। ਤਾਂ ਕੀ ਬੀਜੇਪੀ ਤੇ ਅਕਾਲੀ ਦਲ ਦੀ ਮੁੜ ਸਾਂਝ ਪੈ ਰਹੀ ਹੈ? ਇਸ ਨੂੰ ਲੈ ਕੇ ਚਰਚਾਵਾਂ ਤਾਂ ਬੜੀ ਦੇਰ ਦੀਆਂ ਨੇ, ਲੇਕਿਨ ਰਾਜਾ ਵੜਿੰਗ ਕਹਿ ਰਹੇ ਨੇ ਕਿ ਦੋਵਾਂ ਦਲਾਂ ਦਾ ਗੱਠਜੋੜ ਫਿਰ ਤੋਂ ਤੈਅ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਦਾ ਤੋਂ ਹੀ ਇਕੱਠੇ ਸੀ, ਸਿਰਫ ਡਰਾਮਾ ਕੀਤਾ ਗਿਆ ਸੀ ਵੱਖ ਹੋਣ ਦਾ। ਇਹੀ ਜਾਖੜ ਸਾਹਿਬ ਮੇਣੋ ਮੇਣੀ ਹੁੰਦੇ ਸੀ। ਅਸਲ ਵਿੱਚ ਤਾਂ ਸਾਰੇ ਜਿਹੜੇ ਰਾਜਨੀਤੀ ਦੇ ਵੱਡੇ ਘਰਾਣੇ ਆ, ਮੈਂ ਤਾਂ ਅਸੀਂ ਪਹਿਲਾਂ ਕਹਿੰਦਾ ਹੁੰਦਾ ਸੀ ਇਹ ਅੰਦਰੋਂ ਇਕੱਠੇ ਹੈ, ਇਹ ਅੰਦਰੋਂ ਇਕੱਠੇ ਹੈ। ਔਰ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਬੀਜੇਪੀ ਕਦੇ ਵੀ ਅਕਾਲੀ ਦਲ ਤੋਂ ਅੱਡ ਨਹੀਂ ਹੋਈ। ਉਹੀ ਕੋਠੀ ਸੀ ਹਰਸਿਮਰਤ ਜੀ ਕੋਲੇ, ਉਹੀ ਸਾਰਾ ਚਾਮਦਮ ਸੀ। ਇਸੇ ਕਰਕੇ ਇਹਨਾਂ ਨੇ, ਚਾਹੇ ਉਹ ਰਾਸ਼ਟਰਪਤੀ ਦੀ ਵੋਟ ਸੀ, ਬੰਦੀ ਸਿੱਖਾਂ ਦੀ ਗੱਲ ਦਾ ਤਾਂ ਇਹ ਅਕਾਲੀ ਦਲ ਡਰਾਮਾ ਕਰਦੇ ਸੀ। ਅੱਡ ਹੋਣ ਦਾ ਤਾਂ ਕਿਸਾਨੀ ਅੰਦੋਲਨ ਵੇਲੇ ਇੱਕ ਡਰਾਮਾ ਕੀਤਾ, ਅਦਰਵਾਈਜ਼ ਇਹ ਇਕੱਠੇ ਸਨ। ਔਰ ਜਿਹੜਾ ਇਹਨਾਂ ਦਾ ਸਮਝੌਤਾ ਉਹ ਵੀ ਇਕੱਠਾ ਤੇ ਤੈਅ। ਲੇਕਿਨ ਇਹ ਵੇਖਣਾ ਵੀ ਕਦੋਂ ਹੁਣ ਇਹਨਾਂ ਨੇ ਅਲਟੀਮੇਟਲੀ ਲੋਕਾਂ ਦੇ ਉਜਾਗਰ ਕਰਨਾ। ਉਹ ਪਹਿਲਾਂ ਵੀ ਇਕੱਠੇ ਸਨ। ਔਰ ਇਹਨਾਂ ਦੇ ਇਕੱਠ ਦਾ ਜਿਹੜਾ ਪੰਜਾਬ ਦਾ ਲੋਕ ਹੈ, ਪੰਜਾਬ ਦਾ ਹਿੰਦੂ ਹੈ, ਉਹਨਾਂ ਨੂੰ ਪਤਾ ਵੀ ਇਹਨਾਂ ਦੀ ਅਸਲੀਅਤ ਕੀ ਹੈ। ਉਹਨਾਂ ਨੂੰ ਪਤਾ ਵੀ ਤੱਕੜੀ ਦੀ ਅਸਲੀਅਤ ਕੀ ਹੈ। ਉਹਨਾਂ ਨੂੰ ਪਤਾ ਹੈ ਸਭ ਕੁਝ। ਉਹ ਇਹਨਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰੇਗਾ। ਇਹ ਇਕੱਠੇ ਹੋਣ ਤਾਂ ਅਸੀਂ ਹੋਰ ਕੀ ਭਾਲਦੇ ਹਾਂ। ਸਾਨੂੰ ਤਾਂ ਚਾਓ ਚਾਹੀਏ ਜੇ ਇਹ ਇਕੱਠੇ ਹੋਣ। ਜਦੋਂ ਇਹ ਪਿਛਲੀ ਵਾਰੀ ਇਕੱਠੇ ਸੀ ਤੇ 8 ਸੀਟਾਂ ਉਦੋਂ ਅਸੀਂ ਲੋਕ ਸਭਾ ਦੀਆਂ ਜਿੱਤੇ ਸਾਂ।
ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਹੈ। ਉਹ ਕਹਿ ਰਹੇ ਨੇ ਕਿ ਦੋਹਾਂ ਦਲਾਂ ਦਾ ਗੱਠਜੋੜ ਤੈਅ ਹੈ ਪੰਜਾਬ ਦੇ ਵਿੱਚ। ਉਹਨਾਂ ਨੇ ਇਹ ਵੀ ਕਿਹਾ ਕਿ ਕਦੇ ਵੱਖ ਹੋਏ ਹੀ ਨਹੀਂ ਸੀ, ਸਿਰਫ ਡਰਾਮਾ ਕੀਤਾ ਗਿਆ ਸੀ ਕਿਸਾਨੀ ਅੰਦੋਲਨ ਦੇ ਵੇਲੇ। ਭਾਵੇਂ ਰਾਸ਼ਟਰਪਤੀ ਦੀ ਚੋਣ ਦੀ ਗੱਲ ਹੋਵੇ ਜਾਂ ਹੋਰ ਮੁੱਦੇ ਹੋਣ, ਹਮੇਸ਼ਾ ਇਕੱਠੇ ਨਜ਼ਰ ਆਏ ਨੇ। ਸਾਡੇ ਨਾਲ ਇਸ ਵੇਲੇ ਬੀਜੇਪੀ ਤੋਂ ਮਨਜਿੰਦਰ ਸਿਰਸਾ ਜੁੜ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਡਾਕਟਰ ਦਲਜੀਤ ਚੀਮਾ ਜੁੜ ਚੁੱਕੇ ਨੇ। ਮਨਜਿੰਦਰ ਸਿਰਸਾ ਦਾ ਰੁਖ ਕਰ ਲੈਂਦੇ ਆ। ਸਿਰਸਾ ਜੀ, ਚਰਚਾਵਾਂ ਬਹੁਤ ਦੇਰ ਦੀਆਂ ਨੇ ਕਿ ਕੀ ਗੱਠਜੋੜ ਹੋ ਸਕਦਾ ਹੈ ਜਾਂ ਨਹੀਂ, ਲੇਕਿਨ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਂ ਜ਼ਿਆਦਾ ਹੋ ਰਹੀਆਂ ਨੇ ਕਿ ਗੱਲ ਚੱਲ ਰਹੀ ਹੈ, ਗੱਲ ਸਿਰੇ ਚੜ ਸਕਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਤੈਅ ਹੈ ਇਹ ਗੱਠਜੋੜ। ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ ਡਰਾਮਾ ਕੀਤਾ ਗਿਆ ਸੀ ਵੱਖ ਹੋਣ ਦਾ ਕਿਸਾਨੀ ਅੰਦੋਲਨ ਵੇਲੇ। ਕਿਸ ਕਿਸਮ ਦੀ ਗੱਲਬਾਤ ਚੱਲ ਰਹੀ ਹੈ, ਇਸ ਨੂੰ ਸਹੀ ਮੰਨਿਆ ਜਾਵੇ? ਦੇਖੋ, ਰਾਜਾ ਵੜਿੰਗ ਜੀ ਆਪਣੀ ਪਾਰਟੀ ਦੇ ਬਾਰੇ ਚ ਵਿਚਾਰੇ ਕੁਝ ਨਹੀਂ ਦੱਸ ਸਕਦੇ। ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਕਿੱਦਣ ਪਾਰਟੀ ਲਾ ਕੇ ਉਹਨਾਂ ਨੂੰ ਘਰ ਬਿਠਾ ਦੇਣਾ ਹੈ। ਇਸ ਕਰਕੇ ਉਹ ਦੂਜੀ ਪਾਰਟੀਆਂ ਦੇ ਬਾਰੇ ਚ ਦੱਸ ਸਕਦੇ ਨੇ। ਮੈਨੂੰ ਬੜੀ ਹੈਰਾਨਗੀ ਹੋ ਰਹੀ ਆ। ਦੂਜੀ ਗੱਲ, ਜਿੱਥੇ ਤੱਕ ਅਲਾਇੰਸ ਦੀ ਗੱਲ ਆ, ਪਾਰਟੀ ਪ੍ਰਧਾਨ ਨੱਡਾ ਜੀ ਵੱਲੋਂ ਔਰ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਵੱਲੋਂ ਬੜਾ ਸਪਸ਼ਟ ਕਿਹਾ ਗਿਆ, ਕਿਸੇ ਸੂਰਤ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਵੀ ਗਠਬੰਧਨ ਬੀਜੇਪੀ ਨੇ ਨਹੀਂ ਕਰਨਾ। ਆਪਣੇ ਕਾਰਜਕਰਤਾ ਨੂੰ ਸਪਸ਼ਟ ਕਿਹਾ ਗਿਆ ਕਿ ਤੁਸੀਂ ਆਪਣੀ ਤਿਆਰੀ ਕਰੋ ਔਰ ਅਕੇਲੇ ਹੀ ਚੁਣਾਵ ਲੜਨਾ ਹੈ 2024 ਦਾ ਵੀ ਤੇ 2027 ਦਾ ਵੀ। ਲੇਕਿਨ ਹੁਣ ਕੋਈ ਅਟਕਲੇ ਲਗਾਈ ਜਾਵੇ, ਕੋਈ ਕਹੀ ਜਾਵੇ, ਉਹਦਾ ਕੋਈ ਰੋਕ ਤੇ ਹੈ ਨਹੀਂ। ਕੋਈ ਕਵੇ ਮੈਂ ਅਲਾਇੰਸ 'ਚ ਆ ਜਾਣਾ ਜੀ, ਹੁਣ ਅਲਾਇੰਸ ਕਰ ਲੈਣਾ, ਉਹ ਆਪਾਂ ਕਿਸੇ ਰੋਕ ਤੇ ਸਕਦੇ ਨਹੀਂ ਹੈਗੇ। ਅਸੀਂ ਆਪਣੀ ਪਾਰਟੀ ਦੇ ਬਾਰੇ ਚ ਦੱਸ ਸਕਦੇ ਹਾਂ ਔਰ ਜੋ ਸਾਡੀ ਪਾਰਟੀ ਦੇ ਨੇਤਰਤਵ ਨੇ ਕਿਹਾ ਹੈ, ਜੋ ਪਾਰਟੀ ਲੀਡਰਸ਼ਿਪ ਕਹਿ ਰਹੀ ਹੈ, ਉਹ ਹੀ ਦੱਸ ਸਕਦੇ ਅਸੀਂ ਜੀ। ਤਾਂ ਪਾਰਟੀ ਵੱਲੋਂ ਬੜਾ ਸਪਸ਼ਟ ਆ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਅਲਾਇੰਸ ਨਹੀਂ ਹੋਣਾ। ਤੁਸੀਂ ਕਹਿ ਰਹੇ ਹੋ ਕੋਈ ਗੱਲਬਾਤ ਨਹੀਂ ਚੱਲ ਰਹੀ? ਨਹੀਂ, ਗੱਲਬਾਤ ਚ ਬਹੁਤ ਦੂਰ ਦੀ ਗੱਲ ਕਰਦੇ ਤੁਸੀਂ, ਤੇ ਬਹੁਤ ਅੱਗੇ ਨਿਕਲ ਗਏ ਜੀ। ਮੈਂ ਕਹਿ ਰਿਹਾ ਕਿ ਗੱਲਬਾਤ ਤੇ ਬਹੁਤ ਦੂਰ ਦੀ ਸਥਿਤੀ ਚ ਹੋਏਗੀ। ਗੱਲਬਾਤ ਇਸ ਕਰਨ ਦੀ ਸਥਿਤੀ ਨਹੀਂ ਹੈਗੀ ਕਿਤੇ ਵੀ। ਗੱਲਬਾਤ ਹੋਣੀ ਤਾਂ ਤਾਂ ਹੈ ਨਾ ਜੇ ਕਿਸੇ ਸੂਰਤ ਦੇ ਅੰਦਰ ਕੋਈ ਅਲਾਇੰਸ ਦੀ ਗੱਲ ਕਰਨੀ ਹੋਵੇ ਜੀ। ਸ਼ਰਤਾਂ ਤੇ ਤਾਂ ਰੱਖੀਆਂ ਜਾਂਦੀਆਂ ਨੇ ਜੇ ਕੋਈ ਐਸੀ ਸਿਚੁਏਸ਼ਨ ਹੋਵੇ ਕਿ ਆਪਾਂ ਇਹ ਕੰਮ ਕਰਨਾ ਹੈ। ਪਾਰਟੀ ਵੱਲੋਂ ਬੜਾ ਸਪਸ਼ਟ ਕਿਹਾ ਗਿਆ ਹੈ ਕਿ ਅਲਾਇੰਸ ਦੀ ਗੱਲ ਵੀ ਨਹੀਂ ਕਰਨੀ ਕਿਸੇ ਨੇ। ਗੱਲ ਤੇ ਕੰਮ ਅਲਾਇੰਸ ਕਰਨਾ ਤੇ ਬਹੁਤ ਦੂਰ ਦੀ ਗੱਲ ਹੈ। ਇਸ ਕਰਕੇ ਤੁਹਾਡੇ ਵੱਲੋਂ ਜਿਹੜੀ ਗੱਲ ਕਹੀ ਜਾ ਰਹੀ ਕਿ ਕੋਈ ਗੱਲਬਾਤ ਹੋ ਰਹੀ ਹੈ, ਕੋਈ ਗੱਲਬਾਤ ਦੇ ਨੇੜੇ ਤੇੜੇ ਦੀ ਗੱਲਬਾਤ ਵੀ ਨਹੀਂ ਹੋ ਰਹੀ। ਜੀ। ਡਾਕਟਰ ਦਲਜੀਤ ਚੀਮਾ ਜੁੜੇ ਹੋਏ ਨੇ। ਮਨਜਿੰਦਰ ਸਿਰਸਾ, ਡਾਕਟਰ ਚੀਮਾ ਕਹਿ ਰਹੇ ਨੇ ਕਿ ਕੋਈ ਗੱਲਬਾਤ ਹੋਣੀ ਤਾਂ ਦੂਰ ਦੀ ਗੱਲ ਹੈ, ਕੋਈ ਗੱਲਬਾਤ ਹੋਣ ਦੇ ਲਈ ਕਿਹਾ ਵੀ ਨਹੀਂ ਗਿਆ। ਸਗੋਂ ਇਹ ਰਵੱਈਆ ਹੈ ਬੀਜੇਪੀ ਦਾ ਕਿ ਕੋਈ ਗੱਠਜੋੜ ਨਹੀਂ ਕਰਨਾ, ਆਪਣੇ ਦਮ ਦੇ ਉੱਤੇ ਚੋਣਾਂ ਲੜਨੀਆਂ ਨੇ। ਲੇਕਿਨ ਇਹ ਚਰਚਾਵਾਂ ਫਿਰ ਇੰਨੀਆਂ ਕਿਉਂ ਹੋ ਰਹੀਆਂ ਨੇ? ਦੇਖੋ, ਮੈਂ ਤਾਂ ਆਪ ਹੈਰਾਨ ਹੁੰਦਾ ਮੀਡੀਆ ਦੀ ਮਿਸ ਇਨਫੋਰਮੇਸ਼ਨ ਦੇ ਉੱਤੇ ਕਿ ਸਾਰਾ ਦਿਨ ਸਵਾਏ ਮਿਸ ਇਨਫੋਰਮੇਸ਼ਨ ਕੰਪੇਨ ਤੋਂ, ਸਵਾਏ ਸਪੈਕੂਲੇਸ਼ਨਾਂ ਤੋਂ ਇੱਕ ਵੀ ਸੱਚੀ ਖਬਰ ਜਿਹੜੀ ਹੈ ਉਹ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦੀ। ਅਕਸਰ ਡਾਕਟਰ ਚੀਮਾ ਇਹ ਹੁੰਦਾ ਹੈ ਕਿ ਜੇ ਕੋਈ ਕੈਂਡੀਡੇਟ ਵੀ ਦੂਸਰੀ ਪਾਰਟੀ 'ਚ ਜਾਂਦਾ ਹੈ, ਉਹ ਵੀ ਉਸ ਦਿਨ ਤੱਕ ਇਹੀ ਕਹਿੰਦਾ ਹੈ ਕਿ ਮੈਂ ਇਸੇ ਪਾਰਟੀ ਦਾ ਸੱਚਾ ਸਿਪਾਹੀ ਹਾਂ। ਜਦੋਂ ਅਸੀਂ ਅਧਿਕਾਰਤ ਤੌਰ ਦੇ ਉੱਤੇ ਕਿੰਨੀ ਵਾਰੀ ਟਰਾਈ ਕਰ ਚੁੱਕੇ ਹਾਂ ਇਸ ਗੱਲ ਨੂੰ ਜੀ। ਫਿਰ ਜਿਹੜੀ ਹੈ ਰੋਜ਼ ਅਸੀਂ ਦੇਖਦੇ ਹਾਂ ਟੀਵੀ ਦੇ ਉੱਤੇ ਡਿਬੇਟਾਂ ਦੇ ਵਿੱਚ ਕਿ ਅਲਾਇੰਸ ਹੋ ਰਿਹਾ, ਅਲਾਇੰਸ ਨਹੀਂ ਹੋ ਰਿਹਾ, ਅਲਾਇੰਸ ਹੋ ਰਿਹਾ। ਇਸ ਕਰਕੇ ਇਹ ਤਾਂ ਮੀਡੀਆ ਦੀ ਹੁਣ ਆਪਣੀ ਕ੍ਰੈਡੀਬਿਲਿਟੀ ਮੀਡੀਆ ਨੂੰ ਆਪ ਦੇਖਣੀ ਚਾਹੀਦੀ ਹੈ। ਕੋਈ ਇੱਕ ਵਾਰੀ ਮੀਡੀਆ ਝੂਠਾ ਪਵੇ ਤਾਂ ਉਹਨੂੰ 10 ਵਾਰੀ ਸੋਚਣਾ ਚਾਹੀਦਾ ਕਿ ਮੇਰੀ ਨਿਊਜ਼ ਗਲਤ ਹੋ ਗਈ। ਤੁਸੀਂ ਕਹਿ ਰਹੇ ਕੋਈ ਚਰਚਾ ਨਹੀਂ। ਤੁਹਾਨੂੰ ਰੋਜ਼ ਫੋਨ ਆ ਜਾਂਦੇ ਆ, ਟੀਵੀ ਦੇ ਉੱਤੇ ਬ੍ਰੇਕਿੰਗ ਚੱਲਦੀ ਹੁੰਦੀ ਹੈ ਕਿ ਮੀਟਿੰਗ ਹੋ ਰਹੀ ਹੈ ਜੀ, ਇੰਨੇ ਵਜੇ ਦੂਜੀ ਹੋ ਰਹੀ ਹੈ। ਠੀਕ ਹੈ, ਜਿਹੜੇ ਅਸੀਂ ਪਾਰਟੀ ਹੈਡ ਤੇ ਬੈਠੇ ਹੁੰਦੇ ਸਾਨੂੰ ਪਤਾ ਨਹੀਂ ਹੁੰਦਾ। ਇਸ ਕਰਕੇ ਕੁਝ ਤਾਂ ਮੀਡੀਆ ਨੂੰ ਆਪਣੀ ਕ੍ਰੈਡੀਬਿਲਿਟੀ ਬਾਰੇ ਜ਼ਰੂਰ ਸੋਚਣਾ ਚਾਹੀਦਾ। ਜਿਹੜੇ ਰਿਪੋਰਟ ਕਰਦੇ ਆ ਅਖਬਾਰਾਂ 'ਚ ਹੈਡਲਾਈਨ ਲੱਗ ਜਾਂਦੀਆਂ ਕਿ ਫਲਾਣੀ ਮੀਟਿੰਗ ਹੋ ਰਹੀ ਹੈ ਜੀ, ਫਲਾਣੇ ਤਾਂ ਹੋ ਰਹੀ ਹੈ ਜੀ। ਜਦੋਂ ਘੱਟੋ ਘੱਟ ਪੁੱਛਣ ਦੀ ਵੀ ਕੋਸ਼ਿਸ਼ ਨਹੀਂ ਕਰਦਾ ਕੋਈ ਜਿਹੜਾ ਪਾਰਟੀ ਦੇ ਜਿਹੜੇ ਅਧਿਕਾਰਤ ਜਿਹੜੇ ਚੈਨਲ ਨੇ ਕਿ ਕੀ ਇਹ ਨਿਊਜ਼ ਸੱਚ ਹੈ ਕਿ ਨਹੀਂ ਹੈ, ਸਾਨੂੰ ਨਹੀਂ ਸਮਝ ਆਉਂਦੀ ਕਿ ਇਹਨਾਂ ਝੂਠ ਫੈਲਾਉਣ ਦੇ ਵਿੱਚ ਚੈਨਲਾਂ ਨੂੰ ਕੀ ਮਿਲ ਰਿਹਾ। ਲੇਕਿਨ ਰਾਜਾ ਵੜਿੰਗ ਇਹੀ ਦਾਅਵਾ ਕਰ ਰਹੇ ਨੇ ਕਿ ਇਹ ਤੈਅ ਹੈ ਇਹ ਗੱਠਜੋੜ। ਤਾਂ ਹੀ ਤੁਹਾਨੂੰ ਅਧਿਕਾਰਤ ਤੌਰ ਤੇ ਪੁੱਛਿਆ ਜਾ ਰਿਹਾ ਹੈ ਕਿ ਚਰਚਾਵਾਂ ਹੋ ਰਹੀਆਂ ਨੇ, ਕਿ ਕੋਈ ਮੀਟਿੰਗਾਂ ਹੋ ਰਹੀਆਂ ਨੇ, ਕੋਈ ਗੱਲ ਹੋ ਰਹੀ ਹੈ ਜਾਂ ਇਸ ਪਾਸੇ ਵੱਲ ਨੂੰ ਕੋਈ ਵਧਿਆ ਜਾ ਰਿਹਾ? ਦੇਖੋ, ਗੱਲ ਇਹ ਹੈ ਨਾ ਵੀ ਮੈਂ ਤਾਂ ਕਹਿਣਾ ਵੀ ਜਦੋਂ ਅਧਿਕਾਰਤ ਤੌਰ ਦੇ ਉੱਤੇ ਪਾਰਟੀਆਂ ਡਿਨਾਈ ਕਰ ਰਹੀਆਂ, ਠੀਕ ਹੈ, ਹੁਣ ਸਰਸਾ ਸਾਹਿਬ ਨੇ ਵੀ ਡਿਨਾਈ ਕੀਤਾ, ਅਸੀਂ 50 ਵਾਰੀ ਡਿਨਾਈ ਕਰ ਚੁੱਕੇ ਹਾਂ। ਮੇਰੇ ਨਾਲ ਜਿੰਨੇ ਵੀ ਰਿਪੋਰਟਾਂ ਦੀ ਰੋਜ਼ ਗੱਲ ਹੁੰਦੀ ਮੈਂ ਹਮੇਸ਼ਾ ਡਿਨਾਈ ਕਰਦਾ ਕਿ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਤੁਹਾਡੇ ਤੋਂ ਸੁਣਦੇ ਹਾਂ ਕਿ ਕਿਸੇ ਦੀ ਗੱਲ ਚੱਲ ਰਹੀ ਹੈ। ਪਰ ਇਹ ਹੈ ਕਿ ਮੀਡੀਆ ਤੇ ਵੀ ਥੋੜੀ ਬਹੁਤੀ ਜ਼ਿੰਮੇਵਾਰੀ ਜ਼ਰੂਰ ਬਣਦੀ ਹੁੰਦੀ ਕਿ ਇੰਨਾ ਝੂਠ ਦਾ ਪ੍ਰਚਾਰ ਜਿੰਨਾ ਸਾਰਾ ਦਿਨ ਅਸੀਂ ਤਾਂ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ। ਲੇਕਿਨ ਵੱਖੋ ਵੱਖਰੀਆਂ ਪਾਰਟੀਆਂ ਦੇ ਆਗੂ ਹੀ ਕਹਿੰਦੇ ਨੇ ਕਿ ਸਾਡਾ ਅਲਾਇੰਸ ਫਾਇਦੇਮੰਦ ਸੀ, ਦੁਬਾਰਾ ਹੋ ਜਾਣਾ ਚਾਹੀਦਾ ਹੈ। ਬਿਆਨ ਮੀਡੀਆ ਨੇ ਤਾਂ ਨਹੀਂ ਦਿੱਤੇ। ਕਿੰਨੇ ਦਿੱਤਾ ਬਿਆਨ ਹੈ? ਸੁਰਜੀਤ ਜਿਆਣੀ ਦਾ ਬਿਆਨ ਆਇਆ ਸੀ ਜਿਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਉਹਨਾਂ ਤੋਂ ਗੱਲ ਕਰ ਲਓ, ਕਿਸੇ ਦਾ ਕੋਈ ਪਰਸਨਲ ਵਿਊ ਹੋ ਸਕਦਾ ਤੇ ਉਹ ਉਹਨਾਂ ਦੇ ਨਾਲ ਗੱਲ ਕਰ ਲਓ, ਉਹਦੇ ਨਾਲ ਕੋਈ ਅਸੀਂ ਤਾਂ ਉਹਨਾਂ ਦੇ ਬਿਆਨ ਵਾਸਤੇ ਜਵਾਬ ਦੇ ਨਹੀਂ ਹੈਗੇ। ਇਸ ਕਰਕੇ ਜਿਹੜੀ ਅਧਿਕਾਰਤ ਪਾਰਟੀਆਂ ਦੀ ਜਿਹੜੇ ਚੈਨਲ ਹੁੰਦੇ ਆ ਮੀਡੀਆ ਨੂੰ ਉਹੀ ਫਾਲੋ ਕਰਨੇ ਚਾਹੀਦੇ ਆ।
ਅਨਸੈਸਰੀ ਸਾਰਾ ਦਿਨ ਸਪੈਕੂਲੇਸ਼ਨ ਦੇ ਉੱਤੇ ਨਿਊਜ਼ ਜਿਹੜੀਆਂ ਚਲਾਉਣੀਆਂ, ਝੂਠਾ ਪ੍ਰਚਾਰ ਕਰਨਾ, ਇਹ ਵਾਜਬ ਨਹੀਂ ਹੁੰਦਾ। ਅਸੀਂ ਤਾਂ ਆਪ ਤੰਗ ਆ ਚੁੱਕੇ ਹਾਂ ਇਸ ਤੋਂ। ਜੀ ਚਲੋ ਖੈਰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਸ ਤਰੀਕੇ ਦੀ ਕੋਈ ਚਰਚਾ ਨਹੀਂ ਹੈ, ਮਨਜਿੰਦਰ ਸਿਰਸਾ ਵੀ ਕਹਿ ਰਹੇ ਨੇ ਕੋਈ ਚਰਚਾ ਨਹੀਂ ਹੈ। ਫਿਲਹਾਲ ਸ਼ੁਕਰੀਆ ਡਾਕਟਰ ਚੀਮਾ ਜੁੜਨ ਦੇ ਲਈ। ਮਨਜਿੰਦਰ ਸਿਰਸਾ ਜੀ ਤੁਹਾਡਾ ਵੀ ਸ਼ੁਕਰੀਆ। ਤਾਂ ਚਰਚਾਵਾਂ ਬਹੁਤ ਸਾਰੀਆਂ ਨੇ। ਰਾਜਾ ਵੜਿੰਗੇ ਕਹਿ ਰਹੇ ਨੇ ਕਿ ਦਿਖਾਵੇ ਦੇ ਲਈ ਦੋਵਾਂ ਪਾਰਟੀਆਂ ਨੇ ਡਰਾਮਾ ਕੀਤਾ ਸੀ ਤੇ ਦੋਹਾਂ ਦਲਾਂ ਦਾ ਗੱਠਜੋੜ ਫਿਰ ਤੋਂ ਤੈਅ ਹੈ, ਲੇਕਿਨ ਦੋਵੇਂ ਪਾਰਟੀਆਂ ਦੇ ਆਗੂ ਡਿਨਾਈ ਕਰ ਰਹੇ ਨੇ, ਕਹਿ ਰਹੇ ਨੇ ਕਿ ਕੋਈ ਇਸ ਨੂੰ ਲੈ ਕੇ ਚਰਚਾਵਾਂ ਨਹੀਂ, ਕੋਈ ਗੱਠਜੋੜ ਨਹੀਂ ਹੋ ਰਿਹਾ। ਮਨਜਿੰਦਰ ਸਿਰਸਾ ਨੇ ਇੱਥੋਂ ਤੱਕ ਕਿਹਾ ਕਿ ਸਾਨੂੰ ਪਾਰਟੀ ਤੋਂ ਇਹ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਕੋਈ ਵੀ ਗੱਠਜੋੜ ਦੀ ਗੱਲ ਵੀ ਨਹੀਂ ਕਰਨੀ ਕਿਸੇ ਵੀ ਧਿਰ ਦੇ ਨਾਲ, ਇਕੱਲੇ ਚੋਣਾਂ ਲੜਾਂਗੇ। ਬੀਜੇਪੀ ਤੇ ਅਕਾਲੀ ਦਲ ਤੇ ਕਾਂਗਰਸ ਨੇ ਦਾਅਵਾ ਕੀਤਾ ਹੈ। ਇੱਕ ਵਾਰ ਫਿਰ ਤੋਂ ਸੁਣਦੇ ਹਾਂ ਰਾਜਾ ਵੜਿੰਗ ਕੀ ਕੁਝ ਕਹਿ ਰਹੇ ਨੇ। ਇਹੀ ਜਾਖੜ ਸਾਹਿਬ ਮਿਹਣੋ ਮਿਹਣੀ ਹੁੰਦੇ ਸੀ। ਅਸਲ ਵਿੱਚ ਤਾਂ ਸਾਰੇ ਜਿਹੜੇ ਰਾਜਨੀਤੀ ਦੇ ਵੱਡੇ ਘਰਾਣੇ ਆ, ਮੈਂ ਤਾਂ ਅਸੀਂ ਪਹਿਲਾਂ ਕਹਿੰਦਾ ਹੁੰਦਾ ਸੀ, ਇਹ ਅੰਦਰੋਂ ਇਕੱਠੇ ਐ। ਔਰ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਬੀਜੇਪੀ ਕਦੇ ਵੀ ਅਕਾਲੀ ਦਲ ਤੋਂ ਅੱਡ ਨਹੀਂ ਹੋਈ। ਉਹੀ ਕੋਠੀ ਸੀ ਹਰਸਿਮਰਤ ਜੀ ਕੋਲੇ, ਉਹੀ ਸਾਰਾ ਚਾਮਦਾਮ ਸੀ। ਇਸੇ ਕਰਕੇ ਇਹਨਾਂ ਨੇ, ਚਾਹੇ ਉਹ ਰਾਸ਼ਟਰਪਤੀ ਦੀ ਵੋਟ ਸੀ, ਬੰਦੀ ਸਿੱਖਾਂ ਦੀ ਗੱਲ ਦਾ ਤਾਂ ਇਹ ਅਕਾਲੀ ਦਲ ਡਰਾਮਾ ਕਰਦੇ ਸੀ, ਅੱਡ ਹੋਣ ਦਾ ਤਾਂ ਕਿਸਾਨੀ ਅੰਦੋਲਨ ਵੇਲੇ ਇੱਕ ਡਰਾਮਾ ਕੀਤਾ, ਅਦਰਵਾਈਜ਼ ਇਹ ਇਕੱਠੇ ਸਨ। ਔਰ ਜਿਹੜਾ ਇਹਨਾਂ ਦਾ ਸਮਝੌਤਾ ਉਹ ਵੀ ਇਕੱਠਾ ਤੇ ਤੈਅ। ਲੇਕਿਨ ਇਹ ਵੇਖਣਾ ਵੀ ਕਦੋਂ ਹੁਣ ਇਹਨਾਂ ਨੇ ਅਲਟੀਮੇਟਲੀ ਲੋਕਾਂ ਦੇ ਉਜਾਗਰ ਕਰਨਾ ਹੈ। ਉਹ ਪਹਿਲਾਂ ਵੀ ਇਕੱਠੇ ਸਨ। ਔਰ ਇਹਨਾਂ ਦੇ ਇਕੱਠ ਦਾ ਜਿਹੜਾ ਪੰਜਾਬ ਦਾ ਲੋਕ ਹੈ, ਪੰਜਾਬ ਦਾ ਹਿੰਦੂ ਹੈ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਅਸਲੀਅਤ ਕੀ ਹੈ, ਉਹਨਾਂ ਨੂੰ ਪਤਾ ਵੀ ਤੱਕੜੀ ਦੀ ਅਸਲੀਅਤ ਕੀ ਹੈ, ਉਹਨਾਂ ਨੂੰ ਪਤਾ ਹੈ ਸਭ ਕੁਝ। ਉਹ ਇਹਨਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰੇਗਾ। ਇਹ ਇਕੱਠੇ ਹੋਣ ਤਾਂ ਅਸੀਂ ਹੋਰ ਕੀ ਭਾਲਦੇ ਹਾਂ, ਸਾਨੂੰ ਤਾਂ ਚਾਓ ਚਾਹੀਏ ਜੇ ਇਹ ਇਕੱਠੇ ਹੋਣ। ਜਦੋਂ ਇਹ ਪਿਛਲੀ ਵਾਰੀ ਇਕੱਠੇ ਸੀ ਤੇ 8 ਸੀਟਾਂ ਉਦੋਂ ਅਸੀਂ ਲੋਕ ਸਭਾ ਦੀਆਂ ਜਿੱਤੇ ਸਾਂ। ਚਰਨਜੀਤ ਸਿੰਘ ਚੰਨੀ ਨੂੰ ਅੱਜ ਵਿਜੀਲੈਂਸ ਨੇ ਮੁੜ ਤੋਂ ਸੱਦਿਆ ਹੈ। ਵਿਜੀਲੈਂਸ ਨੇ ਚੰਨੀ ਨੂੰ ਪੁੱਛਗਿੱਛ ਦੇ ਲਈ ਸੱਦਿਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਲਗਾਤਾਰ ਜਾਂਚ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ 2 ਵਾਰ ਚਰਨਜੀਤ ਸਿੰਘ ਚੰਨੀ ਤੋਂ ਵਿਜੀਲੈਂਸ ਪੁੱਛਗਿੱਛ ਕਰ ਚੁੱਕੀ ਹੈ। ਵਿਜੀਲੈਂਸ ਸੂਤਰਾਂ ਦੇ ਮੁਤਾਬਕ ਚਰਨਜੀਤ ਚੰਨੀ ਅੱਜ ਪੇਸ਼ ਹੋਣ ਜਾ ਰਹੇ ਨੇ। ਚਰਨਜੀਤ ਸਿੰਘ ਚੰਨੀ ਤੋਂ ਅੱਜ ਤੀਸਰੀ ਵਾਰ ਸਵਾਲ ਜਵਾਬ ਹੋਣਗੇ। ਪਿਛਲੀ ਵਾਰੀ ਵੀ ਕੁਝ ਦਸਤਾਵੇਜ਼ ਲੈ ਕੇ ਚਰਨਜੀਤ ਸਿੰਘ ਚੰਨੀ ਪਹੁੰਚੇ ਸੀ ਤੇ ਕੁਝ ਹੋਰ ਦਸਤਾਵੇਜ਼, ਕੁਝ ਹੋਰ ਜਾਣਕਾਰੀਆਂ ਵਿਜੀਲੈਂਸ ਦੇ ਵੱਲੋਂ ਮੰਗੀਆਂ ਗਈਆਂ ਨੇ। ਇਹ ਵੀ ਜਾਣਕਾਰੀ ਮਿਲ ਰਹੀ ਸੀ ਕਿ ਗੋਆ ਦੇ ਵਿੱਚ ਜੋ ਪੰਜਾਬ ਸਰਕਾਰ ਦੀ ਜ਼ਮੀਨ ਸੀ ਉਸ ਨੂੰ ਲੀਜ਼ ਤੇ ਦੇਣ ਨੂੰ ਲੈ ਕੇ ਵੀ ਪਿਛਲੀ ਵਾਰੀ ਕੋਈ ਸਵਾਲ ਜਵਾਬ ਹੋਏ ਸੀ ਤੇ ਇਸ ਵਾਰ ਫਿਰ ਤੋਂ ਸਵਾਲ ਜਵਾਬ ਹੋਣਗੇ। ਤੇ ਵਿਜੀਲੈਂਸ ਦੇ ਸੂਤਰਾਂ ਦੀ ਮੰਨੀਏ ਤਾਂ ਚਰਨਜੀਤ ਸਿੰਘ ਚੰਨੀ ਅੱਜ ਪੇਸ਼ ਹੋਣਗੇ। ਅੱਜ ਸੱਦਿਆ ਗਿਆ ਹੈ ਚਰਨਜੀਤ ਸਿੰਘ ਚੰਨੀ ਨੂੰ, ਤੀਸਰੀ ਵਾਰ ਪੇਸ਼ ਹੋਣਗੇ। मनोज राठी मेरे सहयोगी इस वेले लाइव जुड़े हुए ने विजिलेंस दफ्तर तो। मनोज की कुछ पूरी जानकारी चरणजीत सिंह चन्नी की अज पेश होणगे, इस नूं लैके की कुछ जानकारी है ते 2 वार पहला सवाल जवाब हो चुके ने, किहड़े-किहड़े सवाल हुंदे रहे ने ते अज किस किस्म दी पुछगिछ होनी है कि जिवें तुसीं पहला जानकारी दे रहे सी कि गोवा दे विच जो सरकारी जमीन है पंजाब सरकार दी उसदी लीज नूं लैके भी सवाल जवाब कीते गए सन। बिल्कुल अर्शदीप, जिदा तुसीं जिक्र कर रहे हो, थोड़ी देर तक चरणजीत सिंह चन्नी विजिलेंस दफ्तर पहुंचणगे। जिहड़ी सिक्योरिटी नूं लैके भी जिहड़ी हैगी इत्थे ला दित्ती गई है पुलिस वालों, क्योंकि पहला भी 2 वार ना तो पुछगिछ हो चुकी है। जिहड़ी जानकारी विजिलेंस ने दित्ती सी कि किहड़े-किहड़े सवाल जवाब, किहड़े-किहड़े परफॉर्मा जिहड़े हैं वो चरणजीत सिंह चन्नी नूं दित्ते सी कि उन्हां दा सानूं ब्यौरा चाहीदा, उन्हां दी प्रॉपर्टी नूं लैके, उन्हां दे बैंक बैलेंस नूं लैके, अपने
ਕਾਰਕ ਆਪਣੀ ਜਦ ਪਾਵਰ 'ਚ ਸੀਗੇ ਤੇ ਉਹਨਾਂ ਨੇ ਕਿੰਨੀ ਅਰਨਿੰਗ ਉਸ ਟਾਈਮ ਰਹੀ ਹੈ। ਉਸ ਤੋਂ ਇਲਾਵਾ ਕਿੱਥੇ ਫਾਰਮ ਹਾਊਸ ਹੈਗਾ, ਬੈਂਕ ਡਿਟੇਲ, ਅਕਾਊਂਟ ਡਿਟੇਲ, ਉਹਨਾਂ ਦੇ ਬੇਟੇ ਦੀ, ਉਹਨਾਂ ਦੀ ਵਾਈਫ ਦੀ, ਇਹ ਸਾਰੀ ਡਿਟੇਲਾਂ ਨੂੰ ਲੈ ਕੇ ਇੱਕ ਪਰਫਾਰਮਾ ਜਿਹੜਾ ਹੈਗਾ ਦਿੱਤਾ ਗਿਆ ਸੀ ਤੇ ਉਹ ਭਰ ਕੇ ਦੇਣਾ ਸੀਗਾ। ਹਾਲਾਂਕਿ 2 ਵਾਰ ਪੁੱਛਗਿੱਛ ਹੋਈ ਹੈ, ਕਾਫੀ 5-5 6-6 ਘੰਟੇ ਉਹਨਾਂ ਤੋਂ ਜਿਹੜੀ ਪੁੱਛਗਿੱਛ ਹੋਈ ਹੈ, ਵਿਜੀਲੈਂਸ ਦਫ਼ਤਰ ਦੇ ਲਗਾਤਾਰ ਜਿਹੜੀ ਪੁੱਛਗਿੱਛ ਹੋਈ ਹੈ, ਲੇਕਿਨ ਅੱਜ ਤੀਜੀ ਵਾਰ ਉਹਨਾਂ ਨੂੰ ਬੁਲਾਇਆ ਗਿਆ ਹੈ ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਵਿਜੀਲੈਂਸ ਵੱਲੋਂ ਦਿੱਤੀ ਗਈ ਹੈ ਕਿ ਪਿਛਲੀ ਵਾਰੀ ਗੋਆ ਦੀ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ, ਜ਼ਮੀਨ ਦੀ ਜਿਹੜੀ ਸਰਕਾਰੀ ਲੀਜ਼ ਨੂੰ ਲੈ ਕੇ ਜਿਹੜੀ ਜ਼ਮੀਨ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਮਾਮਲੇ 'ਚ ਹਜੇ ਵੀ ਆਦੀ ਅਧੂਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਵਿਜੀਲੈਂਸ ਨੂੰ ਦਿੱਤੀ ਗਈ ਸੀ, ਜਿਹਦੇ ਕਰਕੇ ਵਿਜੀਲੈਂਸ ਨੇ ਪੂਰੀ ਇਨਫੋਰਮੇਸ਼ਨ ਜਿਹੜੀ ਹੈ, ਪੂਰਾ ਬਿਊਰਾ ਉਹ ਮੰਗਿਆ ਸੀਗਾ ਕਿ ਪੂਰਾ ਜਿਹੜਾ ਹੈਗਾ ਬਿਊਰਾ ਸਾਨੂੰ ਭਰ ਕੇ ਦਿਓ। ਉਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਪਰਟੀਆਂ ਨੂੰ ਲੈ ਕੇ ਆਦੀ ਅਧੂਰੀ ਇਨਫੋਰਮੇਸ਼ਨ ਸੀਗੀ, ਜਿਸ ਕਰਕੇ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਤੋਂ ਸਮੇਂ ਮੰਗਿਆ ਸੀਗਾ, ਵਿਜੀਲੈਂਸ ਤੋਂ ਸਮੇਂ ਮੰਗਿਆ ਸੀਗਾ, ਜਿਸ ਕਰਕੇ ਅੱਜ ਦਾ ਉਹਨਾਂ ਨੂੰ ਟਾਈਮ ਦਿੱਤਾ ਹੈ। ਹਾਲਾਂਕਿ ਪੁਲਿਸ ਵੱਲੋਂ ਵੀ ਪੂਰੀ ਜਿਹੜੀ ਤਿਆਰੀ ਹੈ ਕਿਉਂਕਿ ਇੱਥੇ ਵਿਜੀਲੈਂਸ ਦੇ ਅੰਦਰ ਕਿਸੇ ਨੂੰ ਆਉਣ ਜਾਣ ਦੀ ਜਿਹੜੀ ਹੈਗੀ ਪਰਮਿਸ਼ਨ ਨਹੀਂ ਹੈ। ਜਿੱਦਾਂ ਹੀ ਥੋੜੀ ਦੇਰ ਤੱਕ ਕਿਹਾ ਜਾ ਰਿਹਾ ਕਿ ਥੋੜੀ ਦੇਰ ਤੱਕ ਚਰਨਜੀਤ ਸਿੰਘ ਚੰਨੀ ਇੱਥੇ ਪਹੁੰਚਣਗੇ ਕਿਉਂਕਿ ਜਿਹੜੀ ਟੀਮ ਹੈਗੀ, ਜਿਹੜੀ SIT ਹੈ, ਜਿਹੜੇ ਆਫੀਸਰ ਨੇ ਉਹ ਪਹੁੰਚ ਚੁੱਕੇ ਨੇ। ਯਾਨੀ ਕਿ ਹੁਣ ਜਿਹੜਾ ਹੈਗਾ ਚਰਨਜੀਤ ਸਿੰਘ ਚੰਨੀ ਤੋਂ ਜਿਹੜਾ ਵੀ ਪਰਫਾਰਮਾ ਮੰਗਿਆ ਗਿਆ ਹੈ ਉਹ ਸਾਰਾ ਜਿਹੜਾ ਚੈੱਕ ਕੀਤਾ ਜਾਏਗਾ ਕਿਉਂਕਿ ਇੱਕ ਪੂਰੀ ਚੀਜ਼ਾਂ ਹੁੰਦੀ ਹੈ ਕਿਉਂਕਿ ਜਦ ਵੀ ਆਏ ਤੋਂ ਵੱਧ ਸੰਪत्ति ਮਾਮਲੇ 'ਚ ਜਿਹੜੀ ਵਿਜੀਲੈਂਸ ਕਿਸੇ ਨੂੰ ਬੁਲਾਉਂਦੀ ਹੈ ਅਰਸ਼ਦੀਪ, ਤਾਂ ਉਸ ਤੋਂ ਪਹਿਲਾਂ ਆਪਣੇ ਲੈਵਲ ਤੇ ਵਿਜੀਲੈਂਸ ਸਾਰੀ ਇਨਵੈਸਟੀਗੇਸ਼ਨ ਕਰਦੀ ਹੈ, ਪੂਰਾ ਜਿਹੜੀ ਹੈ ਮੈਜ਼ਰਮੈਂਟ ਦੇ ਨਾਲ ਹੋਰ ਵੀ ਕਈ ਚੀਜ਼ਾਂ ਦੀ ਪੂਰੀ ਇਨਫੋਰਮੇਸ਼ਨ ਲੈਂਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਬੁਲਾ ਕੇ ਜਿਹਨੂੰ ਵੀ ਬੁਲਾਉਂਦੀ ਹੈ ਫਿਰ ਰੇਸ਼ੋ ਜਿਹੜੀ ਹੈ ਉਹ ਮੈਚ ਕੀਤੀ ਜਾਂਦੀ ਹੈ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਜਾਂ ਜਿਹੜਾ ਤੁਹਾਡੇ ਕੋਲ ਡਾਕੂਮੈਂਟ ਹੈਗਾ ਉਹ ਸਾਡੀ ਇਨਵੈਸਟੀਗੇਸ਼ਨ 'ਚ ਮੈਚ ਕਰਦਾ ਹੈ, ਰੇਸ਼ੋ ਕਿੰਨੀ ਹੈਗੀ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਔਰ ਬਹੁਤ ਹੀ ट्रांसपेरेंट तरीके नाल। ये नहीं है कि तुसी कुछ भी लिख के लैके आओगे, विजिलेंस अपने लैवल ते पहले इन्वेस्टिगेशन करती है, अपने लैवल ते प्रॉपर्टी नूं लैके, फार्म हाउस नूं लैके, उन्हां दी जिहड़ी भी जायदाद हैगी, उन्हां दी जिहड़ी भी कोई फार्म हाउस हैगा या घर है उहदी मेजरमेंट कीती जांदी है, अपने लैवल ते सारा इन्वेस्टिगेशन विजिलेंस वल्लों कीता जांदा और उस तो बाद उन्हां तो परफॉर्मा मंगिया जांदा और इस केस 'ਚ भी इस तरह ही होया जिहड़ा प्रोटोकॉल हुंदा है। 2 वार पहलां भी उन्हां तो पुछगिछ हो चुकी है, अज तीजी वारी उन्हां नूं बुलाया गया और खास तौर ते ਜਿਹੜੀ ਗੋਆ ਵਾਲੀ ਤੁਸੀਂ ਜ਼ਿਕਰ ਕਰ ਰਹੇ ਹੋ ਜ਼ਮੀਨ ਦਾ, ਉਹਨੂੰ ਲੈ ਕੇ ਵੀ ਜਿਹੜੀ ਹੈਗੀ ਪੁੱਛਗਿੱਛ ਹੋਣੀ ਹੈ। ਤਾਂ ਕਹਿ ਸਕਦੇ ਕਿ ਅੱਜ ਕਿੰਨਾ ਕੁ ਡਾਕੂਮੈਂਟਸ ਲੈ ਕੇ ਆਉਂਦੇ ਆ, ਪੂਰੀ ਇਨਫੋਰਮੇਸ਼ਨ ਲੈ ਕੇ ਆਉਂਦੇ ਆ ਚੰਨੀ ਜਾਂ ਨਹੀਂ, ਇਹ ਤਾਂ ਹੁਣ ਥੋੜੀ ਦੇਰ ਤੱਕ ਕਲੀਅਰ ਹੋਏਗਾ। ਲੇਕਿਨ ਕੁਝ ਹੀ ਸਮਾਂ ਬਾਅਦ ਚਰਨਜੀਤ ਸਿੰਘ ਚੰਨੀ ਇੱਥੇ ਪਹੁੰਚਣਗੇ ਔਰ ਜਿਹੜੇ ਡਾਕੂਮੈਂਟ ਉਹਨਾਂ ਤੋਂ ਮੰਗਵਾਏ ਗਏ ਨੇ, ਜਿਹੜੇ ਡਾਕੂਮੈਂਟਸ ਉਹਨਾਂ ਤੋਂ ਮੰਗੇ ਗਏ ਨੇ, ਉਹਨਾਂ ਨੂੰ ਲੈ ਕੇ ਅੱਜ ਪਹੁੰਚਣਗੇ ਔਰ ਵਿਜੀਲੈਂਸ ਸਾਹਮਣੇ ਅੱਜ ਪੇਸ਼ ਹੋਣਗੇ। ਜੀ जी बिल्कुल, जिस वेले चरणजीत चन्नी पहुंचते हैं फिर तो तुहाडा रुख करांगे। मनोज फिलहाल दे लई शुक्रिया। तो अज फिर तो विजिलेंस ने साबका मुख मंत्री चरणजीत सिंह चन्नी नूं सद्या है, अज फिर तो सवाल जवाब होणगे। इस तो पहला भी 2 वार सवाल जवाब हो चुके ने। आमदन तो वध जायदाद के मामले च जांच जारी है।